ਬਿਸਮਿल्लाहिर्रहमानिर्रहीम ਤੇ अस्सलाम वालेकुम। 3 ਫਰਵਰੀ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਸਾਂਝੀ ਕਰਨੀ ਹੈ ਉਹ ਇਟਲੀ ਦੇ ਸ਼ਹਿਰ ਬਰੇਸ਼ੀਆ ਤੋਂ ਹੈ। ਕੱਲ ਇਟਲੀ ਦੇ ਸ਼ਹਿਰ ਬਰੇਸ਼ੀਆ ਦੇ ਵਿੱਚ ਅਸੀਂ ਇੱਕ ਇhtਜਾਜ ਕਰਨਾ ਸੀ, ਤੁਹਾਨੂੰ ਪਤਾ ਹੀ ਹੈ, ਲੇਕਿਨ ਉਸ ਇhtਜਾਜ ਦੇ ਵਿੱਚ ਕਿਸੇ ਨੂੰ ਵੀ ਏਡੀ ਉਮੀਦ ਨਹੀਂ ਸੀ ਵੀ ਇੰਨੀ ਪਬਲਿਕ ਨਿਕਲੇਗੀ। ਇੰਨੀ ਕੁ ਪਬਲਿਕ ਨਿਕਲੀ ਕਿ ਪੰਜਾਬੀ ਚਾਹੁੰਦੇ ਨੇ ਉਹਨਾਂ ਬੰਬੇ ਬੁਲਾ ਤੇ ਫੱਟੀਆਂ ਭੰਨ ਛੜੀਆਂ। ਹਰ ਪਾਸੇ ਖਲਕਤ ਹੀ ਖਲਕਤ ਸੀ, ਸੜਕਾਂ ਜਾਮ ਹੋ ਗਈਆਂ, ਅੰਨ੍ਹੇਵਾਹ ਹੀ ਪੁਲਿਸ ਲੱਗੀ ਸੀ, ਕਿਉਂਕਿ ਪੁਲਿਸ ਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਸੀ ਕਿ ਸ਼ਾਇਦ ਕਿਸੇ ਨਾ ਕਿਸੇ ਕਿਸਮ ਦੀ ਸ਼ਰਾਰਤ ਕੀਤੀ ਜਾਏ। ਇਸ ਵਾਸਤੇ ਪੁਲਿਸ ਨੇ ਮੈਨੂੰ ਵੀ ਖਸੂਸੀ ਸਿਕਿਉਰਿਟੀ ਦਿੱਤੀ, ਜਲਸੇ ਦੀ ਜਗ੍ਹਾ ਤੇ ਵੀ ਦਿੱਤੀ, ਤੇ ਉਸ ਤੋਂ ਹਟ ਕੇ ਵੀ ਜਿੱਥੇ ਮੇਰਾ ਕਿਆਮ ਸੀ ਉੱਥੇ ਵੀ ਬਹੁਤ ਹੀ ਟਾਈਟ ਸਿਕਿਉਰਿਟੀ ਪੁਲਿਸ ਨੇ 24 ਘੰਟੇ ਵਾਸਤੇ ਪ੍ਰੋਵਾਈਡ ਕੀਤੀ। ਗਾਲਬਨ ਉਹਨਾਂ ਦੇ ਕੋਲ ਇੰਟੈਲੀਜੈਂਸ ਏਜੰਸੀ ਦੇ ਕੋਲੋਂ ਇਹ ਇਨਫੋਰਮੇਸ਼ਨ ਸੀ ਕਿ ਮੈਂ ਇਸ ਇhtਜਾਜ ਦੇ ਦੌਰਾਨ ਮੇਰੇ ਤੇ ਕੋਈ ਹਮਲਾ ਕਰਵਾਇਆ ਜਾ ਸਕਦਾ ਹੈ ਜਾਂ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਇਸ ਵਾਸਤੇ ਪੁਲਿਸ ਨੇ ਮੈਨੂੰ ਇਹ ਵਾਜ਼ੇ ਅਲਫਾਜ਼ 'ਚ ਕਿਹਾ ਕਿ ਤੁਸੀਂ ਕਿਤੇ ਵੀ ਜਾਣਾ ਹੈ ਤੇ ਸਾਨੂੰ ਦੱਸ ਕੇ ਜਾਣਾ ਹੈ ਤਾਂ ਕਿ ਅਸੀਂ ਤੁਹਾਨੂੰ ਸਿਕਿਉਰਿਟੀ ਦੇ ਸਕੀਏ, ਔਰ ਤੁਸੀਂ ਕਿਤੇ ਜਾਣਾ ਹੈ ਤੇ ਇਕੱਲਿਆਂ ਨਹੀਂ ਜਾਣਾ, ਨਾਲ ਆਪਣੇ ਬੰਦਿਆਂ ਨੂੰ ਲੈ ਕੇ ਜਾਣਾ ਹੈ। ਜ਼ਾਹਿਰ ਹੈ ਉਹ ਉਹਨਾਂ ਦੇ ਕੋਲ ਜਿਹੜੀ ਵੀ ਇਨਫੋਰਮੇਸ਼ਨ ਸੀ ਉਹਦਾ ਉਹਨਾਂ ਨੂੰ ਅਦਰਾਕ ਹੈ ਸੀ ਕਿ ਉਹਨਾਂ ਨੇ ਉਸ ਚੀਜ਼ ਦੇ ਵਿੱਚੋਂ ਕਿਸ ਤਰੀਕੇ ਨਾਲ ਮਾਮਲਾਤ ਨੂੰ ਠੀਕ ਰੱਖਣਾ ਹੈ। ਬਹਰਹਾਲ ਜਿੱਥੇ ਇhtਜਾਜ ਸੀ, ਜਿੱਥੇ ਰੈਲੀ ਸੀ, ਉੱਥੇ ਹਜ਼ਾਰਾਂ ਦੀ ਤਾਦਾਦ 'ਚ ਪਾਕਿਸਤਾਨੀ ਨਿਕਲੇ ਤੇ ਪੁਲਿਸ ਦਾ ਜਿਹੜਾ ਸਿਕਿਉਰਿਟੀ ਦਾ ਇੰਤਜ਼ਾਮ ਸੀ ਉਹ ਗੈਰ ਮਾਮੂਲੀ ਸੀ। ਬੇਸ਼ੁਮਾਰ ਗੱਡੀਆਂ, ਬੇਸ਼ੁਮਾਰ ਪੁਲਿਸ ਦੇ ਆਫਿਸਰਸ, ਔਰ ਬੜੀ ਕੜੀ ਨਿਗਾਹ ਉਹਨਾਂ ਨੇ ਰੱਖੀ ਹੋਈ ਸੀ ਕਿ ਉੱਥੇ ਕੋਈ ਇਹੋ ਜਿਹੀ ਹਰਕਤ ਨਾ ਹੋਵੇ ਕਿ ਅਮਨੋ ਅਮਾਨ ਜਾਂ ਕਿਸੇ ਸ਼ਖਸ ਨੂੰ, ਉਹ ਮੈਂ ਹੋਵਾਂ ਜਾਂ ਕੋਈ ਹੋਰ ਹੋਵੇ, ਉਹਨੂੰ ਉੱਥੇ ਟਾਰਗੇਟ ਕੀਤਾ ਜਾ ਸਕੇ। ਲੇਕਿਨ ਚਲੋ ਇਹ ਤਾਂ ਇੱਕ ਪੁਲਿਸ ਵਾਲੀ ਗੱਲ ਸੀ। ਦੂਸਰੇ ਪਾਸੇ ਆਉਂਦੇ ਆ ਕਿ ਇਸ ਇhtਜਾਜ ਦਾ ਜਿਸ ਵੇਲੇ ਐਲਾਨ ਕੀਤਾ, ਜ਼ਾਹਿਰ ਹੈ 8 ਫਰਵਰੀ ਨੂੰ ਇਮਰਾਨ ਖਾਨ ਸਾਹਿਬ ਨੇ ਯੌਮ ਸਿਆਹ ਔਰ ਇhtਜਾਜ ਦੀ ਕਾਲ ਦਿੱਤੀ। ਅਸੀਂ ਇਹਦਾ ਆਗਾਜ਼ ਬਰੇਸ਼ੀਆ ਇਟਲੀ ਤੋਂ ਕੀਤਾ ਹੈ। 8 ਫਰਵਰੀ ਦੇ ਸਿਲਸਿਲੇ 'ਚ ਇਹ ਇhtਜਾਜ ਸੀ। ਹੁਣ 2-3 ਦਿਨ ਤੋਂ ਬਾਅਦ ਅਗਲਾ ਇhtਜਾਜ ਜਿਹੜਾ ਹੈ ਉਹ ਪੈਰਿਸ ਦੇ ਵਿੱਚ ਹੋਣਾ ਹੈ। ਫਿਰ ਉਸ ਤੋਂ ਅਗਲਾ ਇhtਜਾਜ ਜਿਹੜਾ ਉਹ ਲੰਦਨ 'ਚ ਹੋਣਾ ਹੈ, ਬਰਸਲਸ 'ਚ ਹੋਣਾ ਹੈ। ਲੰਦਨ 'ਚ ਵੀ ਇhtਜਾਜ ਹੋ ਰਿਹਾ ਹੈ, ਫਿਰ ਬਰਸਲਸ ਦੇ ਵਿੱਚ ਵੀ ਹੋ ਰਿਹਾ ਹੈ। ਮਤਲਬ ਸਾਰੇ ਸ਼ਹਿਰਾਂ ਦੇ ਵਿੱਚ ਕਿਤੇ 9 ਤਾਰੀਖ ਨੂੰ, ਮਸਲਨ ਨੀਦਰਲੈਂਡ ਦੇ ਵਿੱਚ ਐਮਸਟਰਡਮ ਦੇ ਵਿੱਚ 9 ਤਾਰੀਖ ਨੂੰ ਹੋ ਰਿਹਾ ਹੈ, ਤੇ ਡਿਫਰੈਂਟ ਦਿਨਾਂ ਦੇ ਉੱਤੇ ਵੰਡ ਕੇ ਇਸ ਇhtਜਾਜ ਨੂੰ ਰੱਖਿਆ ਗਿਆ ਹੈ। ਇਹਦਾ ਸਿਲਸਿਲਾ ਹੁਣ ਯੂਰਪ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ, ਔਰ ਜ਼ਾਹਿਰ ਹੈ ਪਾਕਿਸਤਾਨ 'ਚ ਵੀ ਸ਼ੁਰੂ ਹੋਏਗਾ, ਨਾਰਥ ਅਮਰੀਕਾ 'ਚ ਵੀ ਹੋਏਗਾ, ਹਰ ਪਾਸੇ ਹੋਏਗਾ। ਲੇਕਿਨ ਪਹਿਲਾ ਇhtਜਾਜ ਇਸ ਕੜੀ ਦਾ ਜਿਹੜਾ ਸੀ ਉਹ ਅਸੀਂ ਬਰੇਸ਼ੀਆ ਇਟਲੀ ਦੇ ਸ਼ਹਿਰ ਤੋਂ ਕੀਤਾ, ਤੇ ਬੜੇ ਹੀ, ਮੈਂ ਇਹ ਆਖਾਂਗਾ ਕਿ ਖਿੜਕੀ ਤੋੜ ਕਿਸਮ ਦਾ ਰਸ਼ ਸੀ, ਔਰ ਮੈਂ ਆਖਾਂਗਾ ਕਿ ਉਹ ਨਿੱਕਾ ਲਫ਼ਜ਼ ਹੈ ਕਿ ਬੰਬੇ ਬੁਲਾਤੇ, ਮਤਲਬ ਕਿ ਬਹੁਤ ਹੀ ਤਗੜਾ ਇੱਥੇ ਕਰਾਊਡ ਸੀ ਔਰ ਤਗੜੀ ਕਮਿਟਮੈਂਟ ਸੀ ਉਹਨਾਂ ਦੀ। ਉਹਦੀ ਇਹ ਵੀ ਵਜ੍ਹਾ ਹੈ ਕਿ ਜਿਹੜੇ ਮੁੰਤਜ਼ਮੀਨ ਸਨ ਉਹਨਾਂ ਦੇ ਉੱਤੇ ਬੜੀ ਸਖਤੀ ਸੀ। ਇੰਟੈਲੀਜੈਂਸ ਏਜੰਸੀਆਂ ਔਰ ਪੁਲਿਸ ਜਿਹੜੀ ਹੈ ਉਹ ਕਈ ਦਿਨਾਂ ਤੋਂ ਉਹਨਾਂ ਦੇ ਘਰਾਂ 'ਤੇ ਛਾਪੇ ਮਾਰ ਰਹੀ ਸੀ, ਉਹਨਾਂ ਦੇ ਅਜ਼ੀਜ਼ੋ ਅਕਾਰਬ ਨੂੰ ਫੜ ਰਹੀ ਸੀ, ਉਹਨਾਂ ਦੇ ਘਰਾਂ ਦਾ ਸਮਾਨ ਤੋੜ ਭੰਨ ਰਹੀ ਸੀ, ਔਰ ਉਹਨਾਂ ਦੇ ਕੋਲੋਂ ਇੱਕ ਹੀ ਡਿਮਾਂਡ ਕਰਦੀ ਸੀ ਕਿ ਤੁਸੀਂ ਇਸ ਇhtਜਾਜ ਨੂੰ ਕੈਂਸਲ ਕਰੋ ਤੇ ਆਪਣੀ ਵੀਡੀਓ ਜਾਰੀ ਕਰੋ। ਉਹਨਾਂ 'ਚੋਂ ਕਈਆਂ ਨੂੰ ਮਜਬੂਰਨ ਵੀਡੀਓ ਜਾਰੀ ਵੀ ਕਰਨੀ ਪਈ, ਲੇਕਿਨ ਉਹਨਾਂ ਨੇ ਇਸ ਇhtਜਾਜ ਦੇ ਖਿਲਾਫ ਕੋਈ ਕੰਮ ਨਾ ਕੀਤਾ, ਔਰ ਜਿਹੜੀ ਸਾਜ਼ਿਸ਼ ਸੀ ਉਹ ਉਹਨਾਂ ਨੇ ਨਾਕਾਮ ਬਣਾ ਦਿੱਤੀ ਚੌਧਰੀ ਨਿਜ਼ਾਮੁਦੀਨ ਦੀ। ਬਹਰਹਾਲ ਮੈਂ ਇੱਕ ਵਾਰੀ ਫਿਰ ਸ਼ੁਕਰਗੁਜ਼ਾਰ ਹਾਂ ਜਿਸ ਤਰੀਕੇ ਦਾ ਤਗੜਾ ਤੇ ਵਧੀਆ ਕਿਸਮ ਦਾ ਇੱਥੇ ਇhtਜਾਜ ਕੀਤਾ ਗਿਆ, ਤੇ ਨਾਲ ਮੈਂ ਜਿਹੜੀ ਇਟਾਲੀਅਨ ਅਥਾਰਟੀਜ਼ ਨੇ, ਇਟਾਲੀਅਨ ਗਵਰਨਮੈਂਟ ਹੈ, ਇਟਾਲੀਅਨ ਪੁਲਿਸ ਹੈ, ਮੈਂ ਉਹਨਾਂ ਦਾ ਵੀ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਜਿਹੜੀ ਭਰਪੂਰ ਸਿਕਿਉਰਿਟੀ ਦਿੱਤੀ ਔਰ ਇਸ ਸਾਰੇ ਪ੍ਰੋਸੈਸ ਨੂੰ ਵੈਲਕਮ ਕੀਤਾ। ਇਹਦੇ ਨਾਲ ਨਾਲ ਮੇਰੀ ਪਰਸੋਂ ਵੀ ਤੇ ਕੱਲ੍ਹ ਵੀ ਜਿਹੜੇ ਇਟਾਲੀਅਨ ਮੀਡੀਆ ਹੈ, ਜਿਹੜੇ ਇਟਾਲੀਅਨ ਜਰਨਲਿਸਟ ਨੇ, ਜ਼ਾਹਿਰ ਹੈ, ਔਰ ਇਹਨਾਂ ਦੇ ਪੋਲੀਟੀਸ਼ੀਅਨ ਨੇ, ਔਰ ਇਹਨਾਂ ਦੇ ਇਨਸਾਨੀ ਹਕੂਕ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਨਾਲ ਗੱਲਬਾਤ ਵੀ ਹੋਈ, ਔਰ ਜਿਹੜਾ ਇਟਾਲੀਅਨ ਮੀਡੀਆ ਹੈ ਉਹਨੇ ਦਬਾ ਕੇ ਉਹਦੀ ਕਵਰੇਜ ਕੀਤੀ। ਜਿਹੜੀ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਔਰ ਉਸ ਤੋਂ ਬਾਅਦ ਜਿਹੜਾ ਕੱਲ੍ਹ ਸਾਡਾ ਪ੍ਰੋਟੈਸਟ ਸੀ ਉਹਦੀ ਵੀ ਭਰਪੂਰ ਕਵਰੇਜ ਜਿਹੜੀ ਹੈ ਉਹ ਇਟਾਲੀਅਨ ਮੀਡੀਆ ਨੇ ਕੀਤੀ। ਹੁਣ ਇੱਥੋਂ ਇਹ ਤਾਂ ਚਲੋ ਫਾਇਦਾ ਹੋਇਆ ਕਿ ਇਟਲੀ ਦੇ ਵਿੱਚ ਹਰ ਜਿਹੜੀ ਇੰਪੋਰਟੈਂਟ ਸ਼ਖਸੀਅਤ ਹੈ ਉਹਨਾਂ ਤੱਕ ਇਹ ਗੱਲ ਅੱਪੜੀ ਕਿ ਇੱਥੇ ਇੱਕ ਤਗੜਾ ਇhtਜਾਜ ਹੋਇਆ। ਹੁਣ ਤੁਹਾਡੇ 'ਚੋਂ ਬੜੇ ਸਾਰੇ ਲੋਕ ਇਹ ਸਵਾਲ ਪੁੱਛਦੇ ਨੇ ਵੀ ਮਾਮਲਾ ਪਾਕਿਸਤਾਨ ਚੱਲਣ ਡਿਆ ਹੈ, ਉੱਥੇ ਇhtਜਾਜ ਕਰਨ ਦਾ ਤੁਹਾਨੂੰ ਕੀ ਫਾਇਦਾ ਹੈ? ਉਹਦਾ ਮੈਂ ਦੱਸਣਾ ਤੁਹਾਨੂੰ। ਇਹਨਾਂ ਦੇ ਸਭ ਤੋਂ ਵੱਡੇ ਜਿਹੜੇ ਮਸਲੇ ਨੇ ਚੌਧਰੀ ਸਾਹਿਬ ਦੇ, ਉਹ ਚੌਧਰੀ ਸਾਹਿਬ ਨੂੰ ਚਾਹੀਦੇ ਨੇ ਰੁਪਈਏ। ਤੁਹਾਨੂੰ ਚੇਤੇ ਹੋਏਗਾ ਕਿ ਆਰਮੀ ਚੀਫ ਸਾਹਿਬ ਨੇ ਪਹਿਲੀ ਗੱਲ ਹੀ ਰੁਪਈਆਂ ਦੇ ਬਾਰੇ ਕੀਤੀ ਸੀ ਔਰ ਆਖਿਆ ਸੀ
ਕਿ SIFC ਦੇ ਵਿੱਚੋਂ ਅਸੀਂ 100 ਅਰਬ ਡਾਲਰ ਲਿਆਵਾਂਗੇ, 25 ਅਰਬ ਡਾਲਰ ਸਾਊਦੀ ਅਰਬ ਤੋਂ, 25 UAE ਤੋਂ ਤੇ 25 ਅਰਬ ਡਾਲਰ ਕੁਵੈਤ ਤੋਂ, 25 ਕਤਰ ਤੋਂ। ਯਾਦ ਹੋਏਗਾ ਤੁਹਾਨੂੰ, ਉੱਥੋਂ ਤੇ ਕੋਈ ਰੁਪਈਆ ਨਾ ਆਇਆ, ਲੇਕਿਨ IMF ਤੋਂ ਲੱਭ ਗਏ। ਯੂਰਪੀ ਯੂਨੀਅਨ ਜਿਹੜੀ ਹੈ ਉਹਨੇ ਸਾਨੂੰ ਜਿਹੜਾ ਇੱਕ GSP+ ਦਾ ਸਟੇਟਸ ਦਿੱਤਾ, ਉੱਥੋਂ ਵੀ ਰੁਪਈਏ ਸਾਨੂੰ ਜ਼ਿਆਦਾ ਬਚਦੇ ਨੇ, ਤੇ ਓਵਰਸੀਜ਼ ਪਾਕਿਸਤਾਨੀ ਰੈਮਿਟੈਂਸਸ ਘੱਲਦੇ ਨੇ। ਹੁਣ ਇਹ ਜਿਹੜੀ ਆਵਾਜ਼ ਚੁੱਕੀ ਹੈ, ਇਹਦੀ ਮਾਰਫਤ ਜ਼ਾਹਿਰ ਹੈ ਜਿਹੜਾ ਯੂਰਪੀ ਯੂਨੀਅਨ ਦਾ ਵਫਦ ਆਇਆ ਹੋਇਆ ਸੀ, ਉਹ ਕੰਨ ਖੋਲ ਗਿਆ ਸਾਰਿਆਂ ਦੇ ਕਿ GSP+ ਇਵੇਂ ਹੀ ਚੱਲਦਾ ਨਹੀਂ ਰਹਿਣਾ। ਬੰਦੇ ਦੇ ਪੁੱਤਰ ਬਣੋ ਤੇ ਲੋਕਾਂ ਨੂੰ ਤੰਗ ਕਰਨਾ ਬੰਦ ਕਰੋ। ਅਗਰ ਨਾ ਕੀਤਾ ਤੇ GSP+ ਬੰਦ ਹੋ ਜਾਏਗਾ। ਦੂਜੇ ਪਾਸੇ ਜਿਹੜੀ ਰਹਿੰਦੀ ਸਹਿੰਦੀ ਗੱਲ ਹੈ, ਉਹ ਤਰਸੀਲਾਤ ਜ਼ਰ ਵੀ ਹੁਣ ਲੋਕਾਂ ਨੇ ਡੱਕਣੀਆਂ ਸ਼ੁਰੂ ਕਰ ਦਿੱਤੀਆਂ ਨੇ। ਮਤਲਬ ਪੈਸੇ ਉੱਥੇ ਘੱਲਣੇ ਲੋਕਾਂ ਨੇ ਘੱਟ ਕਰ ਦਿੱਤੇ ਨੇ। ਦੂਜਾ ਰਾਹ ਵੀ ਬੰਦ ਹੋਇਆ। ਤੇ ਤੀਜਾ ਰਾਹ ਜਿਹੜਾ ਹੈ ਉਹ ਜ਼ਾਹਿਰ ਹੈ IMF ਵਾਲਾ ਹੈ। ਉਹ ਵੇਖਦੇ ਆ ਕਿ ਉਹਦੇ ਤੇ ਮਾਮਲਾਤ ਕਿਸ ਪਾਸੇ ਨੂੰ ਜਾਂਦੇ ਨੇ। ਤੇ ਜਦੋਂ ਇਹਨਾਂ ਕੋਲ ਰੁਪਈਏ ਨਹੀਂ ਹੋਣੇ, ਤੇ ਇਹ ਤੇ ਹਕੂਮਤ ਖਾਣ ਵਾਸਤੇ ਕਰ ਰਹੇ ਨੇ ਨਾ, ਇਹ ਕੋਈ ਖਿਦਮਤ ਵਾਸਤੇ ਤੇ ਕਰ ਨਹੀਂ ਰਹੇ। ਹੁਣੇ ਹੀ ਤੁਹਾਨੂੰ ਪਤਾ ਲੱਗਾ ਕਿ ਪਾਕਿਸਤਾਨ ਦੇ ਵਿੱਚ ਨਵਾਂ 1.25 ਕਰੋੜ ਬੰਦਾ ਗੁਰਬਤ ਦੀ ਲਕੀਰ ਤੋਂ ਥੱਲੇ ਚਲਾ ਗਿਆ ਤੇ ਇਹਨਾਂ ਨੇ ਆਪਣੀ 600% ਤਨਖਾਹ ਵਧਾ ਲਈ ਹੈ। ਮੈਂਬਰ ਪਾਰਲੀਮੈਂਟ, ਉਹਨਾਂ 'ਚ ਫਾਰਮ 45 ਵਾਲੇ ਵੀ ਨੇ ਤੇ 47 ਵਾਲੇ ਵੀ ਨੇ, ਮਤਲਬ ਸਾਡੇ ਵੀ ਬੜੇ ਸਾਰੇ ਨੇ। ਉਹਨਾਂ ਆਖਿਆ ਵੀ ਮੈਨੂੰ ਨੋਟ ਵਿਖਾ, ਮੇਰਾ ਮੂਡ ਬਣੇ, ਮਤਲਬ ਕਿ ਲੱਗਦੇ ਹੱਥ ਦਾ ਲਾਓ ਜਿਹਦਾ ਵੀ ਲੱਗਦਾ ਹੈ। ਅਗਰ ਇਮਰਾਨ ਖਾਨ ਸਾਹਿਬ ਬਾਹਰ ਹੁੰਦੇ ਤੇ ਇਹਨਾਂ ਨੂੰ ਟੰਬੇ ਫੇਰਦੇ ਜਿਹੜੇ ਸਾਡੇ ਵਾਲੇ ਸਨ, ਔਰ ਇਹਨਾਂ ਦੀ ਜ਼ਰੂਰਤ ਨਾ ਹੁੰਦੀ ਇਹ ਉਸ ਮਾਮਲੇ ਦੇ ਵਿੱਚ ਵੋਟ ਦਿੰਦੇ ਜਾਂ ਉਹਦੇ ਤੇ ਸਾਈਨ ਕਰਦੇ। ਲੇਕਿਨ ਬੜੇ ਸਾਰੇ ਸੱਜਣਾ ਨੇ ਉੱਤੇ ਸਾਈਨ ਕੀਤੇ ਨੇ ਤੇ ਉਹ ਹੁਣ ਇਹਨਾਂ ਨੇ ਆਪਣੀਆਂ ਤਨਖਾਹਾਂ ਵਧਾ ਲਈਆਂ ਨੇ। ਬਹਰਹਾਲ ਉਹ ਚਲੋ ਇੱਕ ਅਲੱਗ ਗੱਲ ਹੈ, ਲੇਕਿਨ ਮਕਸਦ ਇਹ ਹੈ ਕਿ ਜਦੋਂ ਇਹਨਾਂ ਨੂੰ ਖਾਣ ਪੀਣ ਇਹਨਾਂ ਦਾ ਰੁਕੇਗਾ, ਪੈਸੇ ਇਹਨਾਂ ਦੇ ਘਟਣਗੇ, ਤੇ ਇਹ ਹੀ ਇੱਕ ਤਰੀਕਾ ਹੈ ਇਹਨਾਂ ਦਾ ਮੱਕੂ ਠੱਪਣ ਦਾ ਤੇ ਇਹਨਾਂ ਕੋ ਜਾਨ ਛੁਡਵਾਉਣ ਦਾ ਕਿ ਹਕੂਮਤ ਇਹ ਆਵਾਮ ਨੂੰ ਦੇਣ ਤੇ ਅਵਾਮੀ ਨੁਮਾਇੰਦਿਆਂ ਨੂੰ ਦੇਣ। ਇਹ ਤੇ ਹੋ ਗਈ ਪਹਿਲੀ ਖਬਰ। ਦੂਜੀ ਖਬਰ, ਜ਼ੈਦ ਅਹਿਮਦ ਸਾਹਿਬ ਨੇ ਨਵਾਂ ਫਤਵਾ ਦੇ ਛੜਿਆ। ਉਹ ਫਤਵਾ ਉਹਨਾਂ ਨੇ ਤੇ ਜਨਾਬ ਚੌਧਰੀ ਸਾਹਿਬ ਤੋਂ ਵੀ ਉਤਲਾ ਦੇ ਦਿੱਤਾ। ਉਹਨਾਂ ਆਖਿਆ ਹੈ ਕਿ ਪਾਕਿਸਤਾਨ ਫੌਜ ਨੂੰ ਬੁਰਾ ਭਲਾ ਕਹਿਣ ਵਾਲੇ ਕਾਫਰ ਨੇ, ਮੁਰਤਦ ਨੇ ਤੇ ਮੁਸ਼ਰਿਕ ਨੇ, ਯਹੂਦੀਆਂ ਦੇ ਸਾਥੀ ਨੇ, ਅੱਲਾ ਔਰ ਅੱਲਾ ਦੇ ਰਸੂਲ ਦੇ ਦੁਸ਼ਮਣ ਨੇ। ਅੱਛਾ ਜੀ, ਠੀਕ ਹੈ, ਚਲੋ ਤੁਸੀਂ ਇੱਕ ਇਸਲਾਮੀ ਮੁਲਕ ਹੈ, ਉਹਦੀ ਇੱਕ ਫੌਜ ਹੈ, ਤੁਸੀਂ ਠੀਕ ਹੈ, ਤੁਹਾਡਾ ਇੱਕ ਗੱਲ ਦੇ ਵਿੱਚ ਤੁਸੀਂ ਸਮਝਦੇ ਹੋ ਕਿ ਇਹ ਗੱਲ ਦਰੁਸਤ ਹੈ। ਲੇਕਿਨ ਅੱਗੇ ਸੁਣੋ ਜ਼ਰਾ। PTI ਪਾਕਿस्तान तहरीक इंसाफ, मारंग बलोच और मंजूर पश्तीन जलील लोग ने और वो भी काफर ने। मतलब इस सारे काम च उन्होंने क्या वो भी शामिल ने। ਜਿਹੜੇ ਉਹਨਾਂ ਨੇ ਦੱਸਿਆ ਨਾ ਕਿ ਕਾਫਰ ਨੇ, ਮੁਰਤਦ ਨੇ, ਮੁਸ਼ਰਿਕ ਨੇ, ਯਹੂਦੀਆਂ ਦੇ ਸਾਥੀ ਨੇ, ਅੱਲਾ ਔਰ ਅੱਲਾ ਦੇ ਰਸੂਲ ਦੇ ਦੁਸ਼ਮਣ ਨੇ। उन्होंने किया है कि PTI, मारंग बलोच और मंजूर पश्तीन जलील लोग इसमें शामिल हैं। तो ये हुण सारे बंदे जिहड़े ने वो मुरतद भी हो गए हैं। हुण मेरी समझ तो बाहर है कि 90% आवाम तो PTI नाल बैठी है। हुण जैद अहमद साहब दे बकौल वो सारे ही मुरतद भी हो गए, काफर भी हो गए, जलील भी हो गए, अल्लाह और अल्लाह के रसूल के दुश्मन भी हो गए। को हया नूं हथ मारो जैद अहमद साहब, को अकल नूं हथ मारो। जे है जे तो मार लो, जे नहीं तो मेरा मतलब चलो सिर नूं हथ मार लो। को अकल तुहाडी टिकाणे है भी 90% पाकिस्तानियों नूं तुसीं ये सब कुछ कह रहे हो। बहरहाल अकल ना होवे तो मौजां ही मौजां। अगों है ना परवेज़ भट्ट साहब आंदियां ने कि जदों बच्चियां देखदियां ने कि वज़ीरे आला, एक वज़ीरे आला औरत है, वो बच्चियां मैडम तो पुछदियां ने, मतलब स्कूल दी मैडम को पुछदियां ने कि की असीं भी वज़ीरे आला बन सकदियां। मैडम कहंदी है वाई नॉट। मेरा ख्याल है मैडम इत्थे मरियम नूं ही कह रही है। बहुत सी बच्चियां मरियम नवाज नूं रोल मॉडल समझदियां ने। बल्ले 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 बल्ले, किते बाजी मरियम नूं रोल मॉडल जदों बंदा समझदा है तो उहदे अरगे काम करदा है। ਇਹਦਾ मतलब ਇਹ ਸਾਰੀਆਂ ਬੱਚੀਆਂ ਜਿਹੜੀਆਂ ਹਰ ਕਾਲਜ ਸਕੂਲ ਤੋਂ ਹੁਣ ਫੇਲ ਹੋਣਗੀਆਂ। ਇਹਦਾ मतलब ਇਹ ਸਾਰੀਆਂ ਬੱਚੀਆਂ ਜਿਹੜੀਆਂ ਹਰ ਥਾਂ ਤੋਂ ਕੱਢੀਆਂ ਜਾਣਗੀਆਂ ਨਲਾਇਕੀ ਦੀ ਵਜ੍ਹਾ ਤੋਂ। ਜਿਵੇਂ ਸਾਡੀ ਬਾਜੀ ਪਹਿਲਾਂ ਰਾਵਲਪਿੰਡੀ ਮੈਡੀਕਲ ਕਾਲਜ, ਆਰਮੀ ਮੈਡੀਕਲ ਕਾਲਜ ਰਾਵਲਪਿੰਡੀ, ਉੱਥੋਂ ਫਾਰਗ ਹੋਈ। ਉਸ ਤੋਂ ਬਾਅਦ ਬਾਜੀ ਸਾਡੀ ਕਿੰਗ ਐਡਵਰਡ ਤੋਂ ਫਾਰਗ ਹੋਈ, ਬਗੈਰ ਪੜ੍ਹੇ ਤੇ ਬਗੈਰ ਪਰਚੇ ਦਿੱਤੇ ਉਂਝ ਹੀ ਮੇਰਾ ਖਿਆਲ ਫੇਲ ਹੋ ਗਈ ਸੀ। ਹਾਜ਼ਰੀ ਪੂਰੀ ਨਹੀਂ ਸੀ ਸ਼ਾਇਦ, ਇਸੇ ਤੋਂ ਹੀ ਫਾਰਗ ਹੋ ਗਈ ਸੀ। ਤੇ ਇਹ ਜੇ ਬੱਚੀਆਂ ਉਹਨਾਂ ਨੂੰ ਰੋਲ ਮਾਡਲ ਬਣਾ ਲਿਆ ਤੇ ਇਹਦਾ ਮਤਲਬ ਸਾਡੀਆਂ ਸਾਰੀਆਂ ਬੱਚੀਆਂ ਨੂੰ ਕੇ ਕਾ ਕੀ ਲਿਖਣਾ ਨਹੀਂ ਆਏਗਾ। ਇਹ ਤਾਂ ਬੜਾ ਰੌਲਾ ਬਣ ਜਾਏਗਾ। ਫਿਰ ਤਾਂ ਉਰਦੂ ਕੌਣ ਲਿਖੇਗਾ ਜੇ ਸਾਰੀਆਂ ਬੱਚੀਆਂ ਨੇ ਰੋਲ ਮਾਡਲ ਬਣਾ ਲਿਆ। ਦੂਜਾ ਜੇ ਰੋਲ ਮਾਡਲ ਬਣਾ ਲਿਆ ਤੇ ਫਿਰ ਤਗੜੇ ਹੋ ਜੋ, ਸਾਰੀਆਂ ਕੈਲਬਰੀ ਫੌਂਟ ਇਸਤੇਮਾਲ ਕਰਿਆ ਕਰਨਗੀਆਂ। ਨੱਥੋ ਕੋ ਖੁਦਾ ਦਾ ਖੌਫ ਕਰੋ, ਕਿਹੜਾ ਰੋਲ ਮਾਡਲ ਤੇ ਕਿਹੜੀਆਂ ਗੱਲਾਂ। ਅੱਛਾ ਜੀ, ਅੱਗੋਂ ਮੁਨੀਫ ਫਾਰੂਕ ਸਾਹਿਬ ਜਿਹੜੇ ਮੁੰਨੇ ਨੇ, ਉਹਨਾਂ ਨੇ ਹੋਰ ਧਮਕੀਆਂ ਲਾ ਛੜੀਆਂ ਨੇ। ਅੱਗੋਂ ਉਹਨਾਂ ਆਖਿਆ ਹੈ ਕਿ यहाँ ਤਿਆਰੀ की गई है कि जिस तरह का दबाव आएगा उस तरह का जवाब दिता जाएगा। अमरीका बहादर वाले पासे नूं जरा मुनीब फारूक साहब गल कर रहे हैं। ये भी वेखो साड़ी जिहड़ी बदकिस्मती के वेखो, मतलब अमरीका नूं जवाब देने वास्ते साडे कोल विचारा मुनीब फारूक है। पता नहीं ना अमरीका किहदा किस शय दा नाम रखिया है।
ਲੇਕਿਨ ਇਮਰਾਨ ਖਾਨ ਦਾ ਮਸਲਾ ਪਾਕਿਸਤਾਨ ਦੇ ਅੰਦਰ ਤੋਂ ਹੀ ਹੱਲ ਹੋਏਗਾ, ਬਾਹਰ ਤੋਂ ਹੱਲ ਨਹੀਂ ਹੋਏਗਾ। ਤੇ ਉਹ ਦੱਸ ਹੀ ਰਹੇ ਨੇ ਵੀ ਇਮਰਾਨ ਖਾਨ ਜਦੋਂ ਤੱਕ ਡੀਲ ਨਹੀਂ ਕਰਦਾ ਮਾਮਲਾ ਅਸੀਂ ਹੱਲ ਨਹੀਂ ਕਰਨਾ। ਮੁਨੀਬ ਫਾਰੂਕ ਸਾਹਿਬ ਤੋਂ ਮੈਨੂੰ ਇੱਕ ਗੱਲ ਚੇਤੇ ਆਈ ਹੈ, ਲੇਕਿਨ ਉਹ ਸੁਣਾਵਾਂਗੇ ਕਿਸ ਦਿਨ ਹੋਰ। ਉਹ ਤੁਸੀਂ ਗੁੱਸਾ ਕਰ ਲੈਣਾ, ਇਸ ਲਈ ਪਹਿਲਾਂ ਉਸ ਲਤੀਫੇ ਨੂੰ ਥੋੜ੍ਹਾ ਜਿਹਾ ਮੱਠਾ ਕਰਾਂਗਾ, ਸੋਚਦਾ ਹਾਂ ਵੀ ਉਹਨੂੰ ਕਿਵੇਂ ਮੱਠਾ ਕਰਕੇ ਸੁਣਾਵਾਂ, ਕਿਸ ਦਿਨ ਫਿਰ ਸੁਣਾਵਾਂਗਾ। ਬਹਰਹਾਲ ਅੱਗੇ ਜਿਹੜੀ ਖਬਰ ਇਸਲਾਮਾਬਾਦ ਹਾਈ ਕੋਰਟ ਤੋਂ ਤੁਹਾਡੇ ਸਾਹਮਣੇ ਰੱਖਨੇ, ਉਹ ਸੁਣੋਗੇ ਤਾਂ ਪਰੇਸ਼ਾਨ ਹੋਵੋਗੇ ਵੀ ਚੌਧਰੀ ਸਾਹਿਬ ਵਾਕਈ ਲੰਬਰਵਾਨੀ ਨੇ। ਮੈਂ ਤੁਹਾਨੂੰ ਅੱਗੇ ਦੱਸਿਆ ਨਾ ਵੀ ਅਕਲ ਸਾਡੀ ਸਾਰਿਆਂ ਦੀ ਪੂਰੀ ਪੂਰੀ ਹੈ, ਚੌਧਰੀ ਕੋਲ ਬਸ ਡੰਡਾ ਹੈ ਤੇ ਉਹ ਡੰਡੇ ਨਾਲ ਮਨਾਉਂਦਾ, ਮੇਰੇ 'ਚ ਅਕਲ ਬਹੁਤੀ ਹੈ, ਬਾਕੀ ਲੰਬਰਵਾਨੀ ਨੇ ਸਾਰੇ। ਕਾਨੂੰਨ ਦੇ ਮੁਤਾਬਕ ਇਸਲਾਮਾਬਾਦ ਹਾਈ ਕੋਰਟ 'ਚ 12 ਜੱਜਾਂ ਦੀ ਗੁੰਜਾਇਸ਼ ਹੈ। ਕਿੰਨੀ ਜੀ? 12 ਜੱਜਾਂ ਦੀ। ਤੇ ਚੌਧਰੀ ਸਾਹਿਬ ਨੇ ਜਿਹੜੀਆਂ ਨਵੀਆਂ ਅਪਾਇੰਟਮੈਂਟਾਂ ਕੀਤੀਆਂ ਉਸ ਤੋਂ ਬਾਅਦ 13 ਜੱਜਾਂ ਦਾ ਰੋਸਟਰ ਜਾਰੀ ਕਰ ਦਿੱਤਾ ਹੈ। ਸੀਟਾਂ ਕਿੰਨੀਆਂ ਨੇ? 12। ਜੱਜ ਕਿੰਨੇ ਰੱਖ ਲਏ ਨੇ? 13। ਮਤਲਬ ਮਿੱਠਾ ਬਹੁਤਾ ਪਾਤਾ ਚੌਧਰੀ ਸਾਹਿਬ ਨੇ। ਮਤਲਬ ਹਾਈ ਕੋਰਟਾਂ ਇੰਜ ਚਲਾ ਰਹੇ ਨੇ ਜਿਵੇਂ ਦਾਦੇ ਦੀ ਦੁਕਾਨ ਹੋਵੇ। ਇੰਜ ਤੇ ਯਕੀਨ ਕਰੋ, ਹਲਵਾਈ ਦੀ ਦੁਕਾਨ ਦੇ ਉੱਤੇ ਵੀ ਸੀਟ ਗੱਲੇ ਤੇ ਇੱਕੋ ਹੀ ਹੁੰਦੀ, ਉੱਥੇ ਇੱਕੋ ਹੀ ਬੰਦਾ ਬਹਿੰਦਾ, ਕਿ ਦੁਕਾਨ ਤੇ 2 ਬੰਦੇ ਬੈਠੇ ਨਹੀਂ ਵੇਖੇ ਤੁਸੀਂ। ਪੈਂਚਰ ਲਾਉਣ ਵਾਲੇ ਦੀ ਦੁਕਾਨ ਤੇ ਵੀ ਇੱਕੋ ਹੀ ਬੰਦਾ ਟਿਊਬ ਨੂੰ ਪੈਂਚਰ ਲਾਉਂਦਾ, 2 ਬੰਦੇ ਨਹੀਂ ਵੀ ਪਹਿਲਾਂ ਇੱਕ ਛਿਲਦਾ ਹੋਵੇ ਤੇ ਦੂਜਾ ਲਾਉਂਦਾ ਹੋਵੇ। ਇਹਨਾਂ ਹਾਈ ਕੋਰਟ ਨੂੰ ਕਿੱਥੋਂ ਤੱਕ ਅਪਣਾਤਾ ਹੈ ਵੀ ਜੱਜਾਂ ਦੀ ਤਾਦਾਦ ਉੱਥੇ 12 ਹੋਣੀ ਚਾਹੀਦੀ, ਇਹਨਾਂ 13 ਰੱਖ ਛੜੇ ਨੇ, ਇਹਨਾਂ ਕਿ ਟਾਊਟ ਇੱਕ ਵੱਧ ਰੱਖ ਲਓ। ਹੁਣ ਕੀ ਆਖੀਏ ਇਸ ਗੱਲ ਤੇ? ਬਹਰਹਾਲ ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਜਨਾਬ ਜਾਨ ਅਚਕਜ਼ਈ ਸਾਹਿਬ ਨੇ ਆਖਿਆ ਹੈ ਕਿ ਛੁਪਾ ਦੁਸ਼ਮਣ ਜਿਹੜਾ ਦੋਸਤ ਦੇ ਬੇਸ ਦੇ ਵਿੱਚ, ਉਹਨੂੰ ਅਸੀਂ ਇਬਰਤਨਾਕ ਸਜ਼ਾ ਦੇਵਾਂਗੇ। ਆਰਮੀ ਚੀਫ ਨੇ ਜਾਨ ਅਚਕਜ਼ਈ ਆਂਦਾ ਵੀ ਈਰਾਨ ਨੂੰ ਆਖਿਆ। ਅੱਛਾ ਜੀ, ਇਹ ਹੁਣ ਅਗਰ ਈਰਾਨ ਨੂੰ ਆਖਿਆ ਤਾਂ ਥੋੜ੍ਹਾ ਜਿਹਾ ਖਿਆਲ ਕਰ ਲਓ, ਪਹਿਲਾਂ ਹੀ ਬਲੋਚਿਸਤਾਨ ਦੇ ਨਾਲ ਮਾਮਲਾਤ ਵੀ ਖਰਾਬ ਹੋ ਗਏ ਨੇ, ਹੁਣ ਹਿੰਦੁਸਤਾਨ ਨਾਲ ਪਹਿਲਾਂ ਤੋਂ ਹੀ ਨੇ, ਚੀਨ ਵੀ ਸਰਦਮੋਰ ਹੀ ਹੈ, ਤੇ ਹੁਣ ਆ ਜਾ ਕੇ ਈਰਾਨ ਰਹਿ ਗਿਆ ਸੀ, ਹੁਣ ਉਹਦੇ ਨਾਲ ਵੀ ਲਾਠੀਆਂ ਖੜਕਾਓਗੇ ਤਾਂ ਮੇਰਾ ਉਹਦੇ ਜਾਣਾ ਕਿਹੜੇ ਪਾਸੇ, ਮੰਜੀ ਡਾਉਣੀ ਕਿਹੜੇ ਪਾਸੇ? ਭਾਈ ਕੋ ਥੋੜ੍ਹਾ ਜਿਹਾ ਖਿਆਲ ਕਰ ਲਓ, ਕਿਸੇ ਰੁੱਖ ਦੀ ਛਾਂ ਤੇ ਰਹਿਣ ਦਿਓ ਨਾ। ਜੇ ਹਰ ਰੁੱਖ ਨੂੰ ਹੀ ਛਾਂਗ ਦੇਣਾ ਜੇ, ਤੇ ਫਿਰ ਛਾਵੇਂ ਕਿਹਦੀ ਬਹਿਣਾ? ਬਹਰਹਾਲ ਤੁਹਾਡੀ ਮਰਜ਼ੀ ਹੈ ਜਨਾਬ, 27ਵੀਂ ਸੌ ਹੈ ਤੁਹਾਡੀ ਅੱਜ ਕੱਲ੍ਹ, ਤੁਹਾਨੂੰ ਕਿਹੜਾ ਕੋਈ ਸਮਝਾ ਸਕਦਾ ਹੈ ਜਾਂ ਮਨਾ ਸਕਦਾ ਹੈ ਜਾਂ ਹਟਾ ਸਕਦਾ ਹੈ? ਤੁਸੀਂ ਜਿਹੜਾ ਕੰਮ ਕਰਨਾ ਉਹ ਕਰਨਾ। ਅੱਛਾ ਜੀ, ਅਗਲੀ ਖਬਰ ਆਫਤਾਬ ਇਕਬਾਲ ਸਾਹਿਬ ਦਾ ਤਜਜ਼ੀਆ ਹੈ, ਤੇ ਬੜਾ ਚੰਗਾ ਤਜਜ਼ੀਆ। ਉਹਨਾਂ ਆਖਿਆ ਜਿਸ ਤਰ੍ਹਾਂ ਹਕੂਮਤ ਧੜੱਲੇ ਨਾਲ ਲੋਕਾਂ ਤੇ ਦਹਿਸ਼ਤਗਰਦੀ ਦੇ ਕੇਸਿਸ ਬਣਾ ਰਹੀ ਹੈ, ਪਾਸਪੋਰਟ ਬਲਾਕ ਕਰ ਰਹੀ ਹੈ, ਮੈਨੂੰ ਖਤਰਾ ਹੈ ਕਿ ਕੱਲ ਨੂੰ ਕੋਈ ਜੈਨੂਅਨ ਕੇਸ ਹੋਇਆ, ਕੋਈ ਜੈਨੂਅਨ ਸਾਡਾ ਦਹਿਸ਼ਤਗਰਦ ਹੋਇਆ ਔਰ ਉਹਨੂੰ ਅਸੀਂ ਮੰਗਿਆ ਵੈਸਟ ਦੇ ਕਿਸੇ ਮੁਲਕ ਤੋਂ, ਤੇ ਉਹਨਾਂ ਨੇ ਸਾਡੀ ਗੱਲ ਤੇ ਯਕੀਨ ਨਹੀਂ ਕਰਨਾ। ਗੱਲ ਉਹਨਾਂ ਦੀ ਠੀਕ ਹੈ, ਇਹ ਜੋ ਕੁਝ ਕਰ ਰਹੇ ਨੇ ਔਰ ਪਾਕਿਸਤਾਨੀਆਂ ਦੇ ਖਿਲਾਫ ਜਿਸ ਤਰ੍ਹਾਂ ਇਹ ਮੁਕੱਦਮੇ ਕਰ ਰਹੇ ਨੇ, ਔਰ ਜਿਹੜਾ ਸਿਆਸੀ ਮੁਖਾਲਿਫ ਹੈ ਉਹਨੂੰ ਵੀ ਦਹਿਸ਼ਤਗਰਦ ਬਣਾ ਦਿੰਦੇ ਨੇ, ਤੇ ਇਹ ਫਿਰ ਜਿਹੜਾ ਸਹੀ ਦਹਿਸ਼ਤਗਰਦ ਹੋਏਗਾ ਹਕੂਮਤਾਂ ਇਹ ਸਮਝਣਗੀਆਂ ਬਾਹਰ ਦੀਆਂ ਕਿ ਇਹ ਵੀ ਕੋਈ ਝੂਠਾ ਹੀ ਪਰਚਾ ਹੈ। ਤੇ ਸੋਚੋ ਇਹਦੇ ਸਾਨੂੰ ਕਿੰਨੇ ਨੁਕਸਾਨ ਹੈ, ਲੇਕਿਨ ਇਹ ਕੁਝ ਸੋਚੇ ਤੇ ਤਦ ਹੈ। ਅੱਛਾ ਜੀ, ਅੱਗੋਂ ਜਿਹੜੀ ਮਹਾਪਾਰਾ ਸਫਦਰ ਸਾਹਿਬਾ ਨੇ, ਇੱਕ ਬਹੁਤ ਮੰਨੀ ਪਰਮੰਨੀ ਇਹ ਨਿਊਜ਼ਕਾਸਟਰ ਰਹੇ ਨੇ PTV ਦੇ ਉੱਤੇ, ਬੜੀ ਬਿਹਤਰੀਨ ਇਹ ਪਰਫਾਰਮ ਕਰਦੇ ਰਹੇ ਨੇ ਉੱਥੇ। ਉਹਨਾਂ ਨੇ ਆਖਿਆ ਕਿ ਚੀਫ ਸਾਹਿਬ ਫਰਮਾਉਂਦੇ ਨੇ, ਆਰਮੀ ਚੀਫ ਦੀ ਗੱਲ ਕਰਦੇ ਨੇ, ਦੋਸਤ ਨਮਾ ਦੁਸ਼ਮਣ को नहीं छोड़ेंगे। ये दोस्त नमा दुश्मन कौन है? महापारा सफदर साहबा पूछतियाँ ने। गोया दुश्मन तो दुश्मन, अब दोस्त भी पाकिस्तान पर हमला आवर होने लगे हैं। क्यों? सोचिए ज़रा, ये कैसी पॉलिसियाँ हैं जो दोस्तों को दुश्मन बना रही हैं, और क्यों बना रही हैं ये भी सोचें। कल्लात में एक साथ 18 जवानों की शहादत सिक्योरिटी एजेंसीज की एक बड़ी नाकामी का मुंह बोलता सबूत है, मगर सिक्योरिटी एजेंसीज तो PTI को ख़त्म करने में मसरूफ़ हैं। इनके पास अपने असल फ़राइज़ के लिए वक्त ही नहीं है, कौम को बस इनके जवानों के शहीद होने की खबरें ही सुनाते रहते हैं। और ये भी साथ कहते हैं 18, मतलब ये भी मैं वेख्या है, स्टेटमेंट वेखी वैसे मैं, 18 जवान शहीद होए ने, तो स्टेटमेंट असी दिती है कि हमले नूं नाकाम बनाता है। ਮੈਨੂੰ ਦੱਸੋ ਕਿ ਜੇ ਅਸੀਂ 18 ਜਾਨਾਂ ਆਪਣੇ ਭਰਾਵਾਂ ਦੀਆਂ ਦਿੱਤੀਆਂ ਨੇ ਤੇ ਫਿਰ ਵੀ ਹਮਲਾ ਨਾਕਾਮ ਹੋਇਆ ਤੇ ਫਿਰ ਕਾਮਯਾਬ ਹੁੰਦਾ ਤੇ ਫਿਰ ਕੀ ਹੋਣਾ ਸੀ? ਬਹਰਹਾਲ ਇਹ ਮਹਾਪਾਰਾ ਸਫਦਰ ਸਾਹਿਬਾ ਦੇ ਜਿਹੜੇ ਸਵਾਲਾਤ ਨੇ ਉਹ ਬੜੇ ਤਗੜੇ ਨੇ, ਇਹਨਾਂ ਦੇ ਜਵਾਬ ਸਾਨੂੰ ਸਾਰਿਆਂ ਨੂੰ ਲੱਭਣੇ ਚਾਹੀਦੇ ਨੇ ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਦੇ ਜਵਾਬ ਅਸੀਂ ਸਾਰੇ ਲੱਭ ਕੇ ਤੇ ਦਈਏ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਉਕਾੜੇ ਤੋਂ ਹੈ। ਕਾਰੀ ਆਸ਼ਿਕ ਹੁਸੈਨ ਸਾਹਿਬ ਨੇ ਮਦਰਸੇ 'ਚ ਹੀ ਮਹਿੰਦੀ ਦਾ ਫੰਕਸ਼ਨ ਕਰਵਾ ਦਿੱਤਾ, ਡਾਂਸ ਗਾਣਾ ਚੱਲਦਾ ਰਿਹਾ ਤੇ ਵੀਡੀਓ ਵਾਇਰਲ ਹੋ ਗਈ ਤੇ ਉਹਨਾਂ ਦੇ ਮੁਕੱਦਮਾ ਦਰਜ ਕਰ ਦਿੱਤਾ। ਅੱਛਾ, ਹੁਣ ਮੈਂ ਤੇ ਕੋਈ ਆਲਮੇ ਦੀਨ ਨਹੀਂ, ਮੈਨੂੰ ਨਹੀਂ ਪਤਾ ਕਿ ਇਹਦੇ ਤੇ ਮੁਕੱਦਮਾ ਹੋ ਸਕਦਾ ਕਿ ਨਹੀਂ, ਲੇਕਿਨ ਇੱਕ ਗੱਲ ਮੈਨੂੰ ਦੱਸੋ ਕਿ ਇਹ ਜਿਹੜੇ ਬਿਊਰੋਕਰੇਟ ਨੇ, ਅਗਰ ਇਹ ਆਪਣੀ ਜਿਹੜੀ ਅਕੈਡਮੀ ਹੈ ਉੱਥੇ ਪਿਛਲੇ ਦਿਨੋਂ ਅਸੀਂ ਖਬਰ ਦਿੱਤੀ ਸੀ ਵੀ ਉੱਥੇ ਉਹਨਾਂ ਆਪਣੇ ਪੁੱਤਰ ਦੀ ਮਹਿੰਦੀ ਕੀਤੀ, ਉਹਨਾਂ ਦੇ ਤੇ ਕਿਸੇ ਨੇ FIR ਨਾ ਦਿੱਤੀ। ਹੁਣ ਜਿਹੜੇ ਕਾਰੀ ਸਾਹਿਬ ਨੇ ਉਹ ਕਿਉਂਕਿ ਕੰਮ ਹੀ ਮਦਰਸੇ 'ਚ ਕਰਦੇ ਨੇ ਤੇ ਉਹਨਾਂ ਦਾ ਤੇ ਦੌੜ ਮਸਜਿਦ ਤੱਕ ਹੀ ਹੈ ਨਾ, ਮਦਰਸੇ ਤੱਕ ਹੀ ਹੈ ਨਾ। ਤੇ ਅਗਰ ਮਦਰਸੇ ਦੀ ਕਿਸੇ ਬਿਲਡਿੰਗ 'ਚ ਉਹਨਾਂ ਨੇ ਆਪਣੇ ਘਰ ਦਾ ਕੋਈ ਫੰਕਸ਼ਨ ਕਰ ਲਿਆ ਹੈ
ਤੇ ਚਲੋ ਉਹਨਾਂ ਤੇ FIR ਨਾ ਦਿਓ, ਉਹਨਾਂ ਨੂੰ ਸਮਝਾਓ, ਦੱਸੋ ਵੀ ਇਹ ਭੈੜਾ ਕੰਮ ਹੈ। ਮੇਰੀ ਸਮਝ ਤੋਂ ਬਾਹਰ ਹੈ। ਬਹਰਲ ਮੈਂ ਤੁਹਾਨੂੰ ਦੱਸਿਆ ਵੀ ਇੱਥੇ ਬਹੁਤੀ ਮੈਂ ਗੱਲ ਇਸ ਤੋਂ ਨਹੀਂ ਕਰਦਾ ਕਿ ਮਜ਼ਹਬੀ ਮਾਮਲਾ ਫਿਰ ਤੁਸੀਂ ਵੀ, ਤੁਹਾਡੇ 'ਚੋਂ ਵੀ ਕਈ ਬੰਦੇ ਫਤਵੇ ਦੇਣਾ ਸ਼ੁਰੂ ਕਰ ਦਿੰਦੇ ਨੇ ਤੇ ਫਿਰ ਜ਼ਰਾ ਥੋੜ੍ਹਾ ਜਿਹਾ ਕੰਮ ਔਖਾ ਹੋ ਜਾਂਦਾ। ਇਸ ਲਈ ਮੈਂ ਇਹੀ ਆਖਾਂਗਾ ਕਿ ਥੋੜ੍ਹਾ ਜਿਹਾ ਆਸਰਾ ਕਰਾਓ। ਮੇਰਾ ਮਤਲਬ ਇਹਨਾਂ ਲੋਕਾਂ ਦੇ ਉੱਤੇ ਸਖਤੀ ਜਿਹੜੀ ਉਹ ਨਾ ਕਰੋ, ਥੋੜ੍ਹੀ ਜਿਹੀ ਘੱਟ ਸਖਤੀ ਕਰੋ। ਖਬਰਾਂ ਹੋਰ ਵੀ ਸਨ, ਲੇਕਿਨ ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ ਤੇ ਰੱਬ ਰੱਖ।